ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ। ਅੱਜ ਅਸੀਂ ਪੰਜਾਬੀ ਦੇ ਵਿੱਚ ਲੈ ਕੇ ਆਏ ਹਾਂ ਅਗਲੀ ਕਹਾਣੀ ਸ਼ਰਤ। ਸ਼ਰਤ ਦਾ ਮੀਨਿੰਗ ਹੈ ਕਿ ਸ਼ਰਤ ਯਾਨੀ ਕਿ ਜਿਹਨੂੰ ਅਸੀਂ ਅੰਗਰੇਜ਼ੀ ਦੇ ਵਿੱਚ ਬੈਟ ਆਖ ਦਿੰਦੇ ਹਾਂ। ਸ਼ਰਤ ਅਸੀਂ ਪੈਸਿਆਂ ਦੀ ਵੀ ਲਾ ਸਕਦੇ ਹਾਂ, ਸ਼ਰਤ ਕਿਸੇ ਵਸਤੂ ਦੀ ਵੀ ਹੋ ਸਕਦੀ ਹੈ। ਸ਼ਰਤ ਲਾਉਣਾ ਹੀ ਮਾੜਾ ਕੰਮ ਹੈ, ਸ਼ਰਤ ਲਾਉਣੀ ਹੀ ਨਹੀਂ ਚਾਹੀਦੀ। ਸੋ ਇਸੇ ਟਾਈਟਲ ਦੇ ਆਲੇ ਦੁਆਲੇ ਇਹ ਕਹਾਣੀ ਘੁੰਮਦੀ ਹੈ। ਇਸ ਕਹਾਣੀ ਦੇ ਵਿੱਚ ਦੋ ਕਰੈਕਟਰ ਹਨ, ਜਿਸ ਵਿੱਚ ਇੱਕ ਦਾ ਨਾਮ ਹੈ ਰਾਮੂ ਤੇ ਦੂਸਰੇ ਦਾ ਨਾਮ ਹੈ ਕਿਸ਼ੋਰ। ਕਿਸ਼ੋਰ ਜਿਸ ਗਲੀ ਦੇ ਵਿੱਚ ਰਹਿੰਦਾ ਸੀ, ਰਾਮੂ ਵੀ ਉਸੇ ਗਲੀ ਦੇ ਵਿੱਚ ਰਹਿੰਦਾ ਸੀ। ਭਾਵ ਕਿਸ਼ੋਰ ਤੇ ਰਾਮੂ ਦਾ ਘਰ ਨੇੜੇ ਨੇੜੇ ਸੀ। ਰਾਮੂ ਇੱਕ ਸ਼ਰਾਰਤੀ ਮੁੰਡਾ ਸੀ ਤੇ ਕਿਸ਼ੋਰ ਸ਼ਾਂਤ ਸੁਭਾਅ ਵਾਲਾ ਲੜਕਾ ਸੀ। ਕਿਸ਼ੋਰ ਦੇ ਪਿਤਾ ਜੀ ਰਿਕਸ਼ਾ ਚਲਾਉਣ ਦਾ ਕੰਮ ਕਰਦੇ ਸਨ ਤੇ ਰਾਮੂ ਤੇ ਕਿਸ਼ੋਰ ਦੋਨੇ ਜਮਾਤੀ ਸਨ, ਭਾਵ ਇੱਕੋ ਹੀ ਜਮਾਤ ਦੇ ਵਿੱਚ ਉਹ ਪੜ੍ਹਦੇ ਸਨ। ਕਿਸ਼ੋਰ ਸਕੂਲੋਂ ਆਉਣ ਤੋਂ ਬਾਅਦ ਜਦੋਂ ਸਕੂਲ ਤੋਂ ਆ ਜਾਂਦਾ ਸੀ ਤਾਂ ਉਹ ਰੱਦੀ ਅਖਬਾਰ ਤੇ ਪੁਰਾਣੇ ਰਸਾਲਿਆਂ ਦੇ ਲਿਫਾਫੇ ਬਣਾਉਂਦਾ, ਲਿਫਾਫੇ ਬਣਾ ਕੇ ਉਹ ਵੇਚ ਦਿੰਦਾ ਤੇ ਵੇਚੇ ਹੋਏ ਲਿਫਾਫਿਆਂ ਦੀ ਜੋ ਆਮਦਨ ਹੁੰਦੀ ਉਸ ਰਾਹੀਂ ਉਹ ਆਪਣੀ ਸਕੂਲ ਦੀ ਫੀਸ ਦਾ ਖਰਚਾ ਕੱਢਦਾ ਅਤੇ ਨਾਲ ਹੀ ਉਹਦੇ ਜੋ ਵਿਹਲਾ ਟਾਈਮ ਸੀ, ਵਿਹਲਾ ਸਮਾਂ ਸੀ, ਉਹਦੀ ਵੀ ਵਰਤੋਂ ਹੋ ਜਾਂਦੀ ਸੀ। ਸੋ ਜਦੋਂ ਵੀ ਰਾਮੂ ਉਹਦੇ ਘਰ ਦੇ ਨੇੜਿਓਂ ਆਪਣੇ ਦੋਸਤਾਂ ਦੇ ਨਾਲ ਨਿਕਲਦਾ ਤਾਂ ਉਹ ਕਿਸ਼ੋਰ ਨੂੰ ਲਿਫਾਫੇ ਬਣਾਉਂਦੇ ਵੇਖਦਾ ਤਾਂ ਉਸ ਤੇ ਵਿਅੰਗ ਕੱਸਦਾ, ਭਾਵੇਂ ਕਮੈਂਟ ਕੱਸਦਾ, ਠੀਕ ਹੈ, ਲਿਫਾਫੇਬਾਜ਼ ਉਹਨੂੰ ਕਹਿ ਕੇ ਬੁਲਾਉਂਦਾ ਸੀ। ਪਰ ਇਸ ਗੱਲ ਦਾ ਕਦੇ ਵੀ ਕਿਸ਼ੋਰ ਨੇ ਗੁੱਸਾ ਨਹੀਂ ਕੀਤਾ। ਕਿਸ਼ੋਰ ਨੇ ਨਾ ਹੀ ਆਪਣੇ ਮਾਤਾ ਪਿਤਾ ਨਾਲ ਇਸ ਬਾਰੇ ਕਦੇ ਗੱਲ ਕੀਤੀ ਕਿ ਰਾਮੂ ਮੈਨੂੰ ਇਸ ਤਰ੍ਹਾਂ ਬੋਲਦਾ ਹੈ। ਉਹ ਬੜੇ ਸ਼ਾਂਤ ਸੁਭਾਅ ਦਾ ਲੜਕਾ ਸੀ। ਇੱਕ ਦਿਨ ਜਮਾਤ ਦੇ ਵਿੱਚ ਅਧਿਆਪਕ ਨਹੀਂ ਸੀ ਤੇ ਕਿਸੇ ਗੱਲ ਨੂੰ ਲੈ ਕੇ ਜੋ ਹੋਰ ਵਿਦਿਆਰਥੀ ਸਨ ਉਹ ਕਿਸ਼ੋਰ ਦੀ ਬੜੀ ਪ੍ਰਸ਼ੰਸਾ ਕਰ ਰਹੇ ਸਨ, ਪਰ ਉਸ ਦੀ ਪ੍ਰਸ਼ੰਸਾ ਰਾਮੂ ਨੂੰ ਹਜਮ ਨਾ ਹੋਈ। ਉਸਨੇ ਫੇਰ ਵਿਅੰਗ ਕੱਸਦੇ ਹੋਏ ਕਿਹਾ ਕਿ ਇਹ ਸਾਡੇ ਨਾਲ ਕੀ ਮੁਕਾਬਲਾ ਕਰੇਗਾ, ਸਾਡੇ ਕੋਲੇ ਬਾਈਕਾਂ ਹਨ, ਸਾਡੇ ਕੋਲੇ ਗੱਡੀਆਂ ਹਨ, ਅਸੀਂ ਬਾਈਕ ਤੇ ਆਉਂਦੇ ਹਾਂ। ਇਹ ਫਿਰ ਵਿਅੰਗ ਕੱਸਿਆ, ਹਾਂ ਇਹ ਵੀ ਤਾਂ ਗੱਡੀ ਤੇ ਆਉਂਦਾ ਹੈ। ਸੋ ਦੂਸਰੇ ਕਿਸੇ ਦੋਸਤ ਨੇ ਪੁੱਛਿਆ ਕਿਹੜੀ ਗੱਡੀ ਤੇ, ਤਾਂ ਉਹਨੇ ਫਿਰ ਵਿਅੰਗ ਕੱਸਦੇ ਹੋਏ ਕਿਹਾ ਕਿ 11 ਨੰਬਰ ਦੀ ਗੱਡੀ ਤੇ। 11 ਨੰਬਰ ਦੀ ਗੱਡੀ ਤੋਂ ਭਾਵ ਕਿ ਇਹ ਤਾਂ ਪੈਦਲ ਹੀ ਆਉਂਦਾ ਹੈ। ਸੋ ਕਿਸ਼ੋਰ ਨੇ ਲਿਫਾਫੇ ਵੇਚ ਕੇ, ਠੀਕ ਹੈ, ਜੋ ਆਮਦਨ ਹੁੰਦੀ ਆਪਦਾ ਸਾਰਾ ਖਰਚਾ ਕੱਢ ਕੇ ਉਹ ਥੋੜੇ ਥੋੜੇ ਪੈਸੇ ਬਚਾਉਣ ਲੱਗਾ। ਕਹਿੰਦੇ ਨੇ ਇੱਕ ਮੁਹਾਵਰਾ ਹੈ ਨਾ ਕਿ ਬੂੰਦ ਬੂੰਦ ਦੇ ਨਾਲ ਗਾਗਰ ਭਰ ਜਾਣੀ, ਹੈ ਨਾ। ਸੋ ਉਹ ਥੋੜੇ ਥੋੜੇ ਪੈਸੇ ਬਚਾਉਂਦਾ ਬਚਾਉਂਦਾ ਉਸਨੇ ਇੰਨੀ ਬਚਤ ਕਰ ਲਈ ਕਿ ਆਖਰ ਉਹਨੇ ਇੱਕ ਸਾਈਕਲ ਖਰੀਦ ਲਈ। ਹੁਣ ਉਹਨੇ ਆਪਣੇ ਲਿਫਾਫੇ ਵੇਚਣ ਦਾ ਜੋ ਕੰਮ ਸੀ, ਕਾਰਜ ਸੀ, ਉਸ ਨੂੰ ਵਧਾ ਲਿਆ। ਪਹਿਲਾਂ ਜੋ ਲਿਫਾਫੇ ਵੇਚਣ ਦਾ ਕੰਮ ਸੀ ਉਹ ਇੱਕ ਪਿੰਡ ਜਾਂ ਕਸਬੇ ਦੇ ਆਲੇ ਦੁਆਲੇ ਸੀ, ਪਰ ਹੁਣ ਉਹ ਸਾਈਕਲ ਦੇ ਉੱਪਰ ਸ਼ਹਿਰ ਤੱਕ ਲਿਫਾਫੇ ਵੇਚਣ ਚਲਾ ਜਾਂਦਾ ਸੀ। ਸੋ ਉਹਦੀ ਆਮਦਨ ਦੇ ਵਿੱਚ ਵਾਧਾ ਹੋਇਆ। ਇੱਕ ਦਿਨ ਰਾਮੂ ਤੇ ਉਹਦੇ 3 ਦੋਸਤ ਲਗਭਗ ਸ਼ਹਿਰ ਦੇ ਜੋ ਸੜਕ ਦੇ ਨੇੜੇ ਅਸੀਂ ਕਹਿ ਸਕਦੇ ਹਾਂ, ਕਸਬੇ ਤੋਂ 2 ਕਿਲੋਮੀਟਰ ਦੀ ਦੂਰੀ ਤੇ ਇੱਕ ਅਮਰੂਦਾਂ ਦਾ ਬਾਗ ਸੀ। ਸੋ ਤਿੰਨੇ ਜਾਣੇ ਉਸ ਅਮਰੂਦਾਂ ਦੇ ਬਾਗ ਦੇ ਵਿੱਚ, ਰਾਮੂ ਦੇ ਤਿੰਨੇ ਦੋਸਤ, ਚਾਰੇ ਜਾਣੇ ਉਸ ਬਾਗ ਦੇ ਵਿੱਚ ਅਮਰੂਦ, ਪੱਕੇ ਹੋਏ ਮਿੱਠੇ ਮਿੱਠੇ ਅਮਰੂਦ ਤੋੜਨ ਲਈ ਚਲੇ ਗਏ। ਉੱਥੇ ਖੜ ਕੇ ਉਹਨਾਂ ਨੇ ਪਹਿਲਾਂ ਮਾਲੀ ਦੇ ਜਾਣ ਦਾ ਇੰਤਜ਼ਾਰ ਕੀਤਾ। ਜਦੋਂ ਮਾਲੀ ਚਲਾ ਗਿਆ ਤਾਂ ਉਹਨਾਂ ਨੇ ਅਮਰੂਦ ਖਾਣ ਲਈ ਉਸ ਬਾਗ ਦੇ ਵਿੱਚ ਐਂਟਰੀ ਕੀਤੀ, ਬਾਗ ਦੇ ਵਿੱਚ ਚਲੇ ਗਏ ਤੇ ਇੱਕ ਦੋਸਤ ਦੀ ਇੱਕ ਨਿਗਾਹ ਪਈ ਕਿ ਨਿੰਮ ਦੇ ਦਰਖਤ ਦੇ ਉੱਪਰ ਇੱਕ ਮੱਖੀਆਂ ਦਾ ਛੱਤਾ ਲੱਗਿਆ ਹੋਇਆ, ਸ਼ਹਿਦ ਦੀ ਮੱਖੀਆਂ ਦਾ ਛੱਤਾ ਲੱਗਿਆ ਹੋਇਆ ਹੈ। ਸ਼ਹਿਦ ਦੀ ਮੱਖੀਆਂ ਦਾ ਛੱਤਾ ਵੇਖ ਕੇ ਰਾਮੂ ਸ਼ੇਖੀ ਮਾਰਨ ਲੱਗਾ, ਯਾਨੀ ਕਿ ਉਹ ਗੱਪਬਾਜ਼ ਵੀ ਸੀ, ਸ਼ੇਖੀ ਖੋਰ ਸੀ ਕਿ ਇਹ ਛੱਤਾ ਮੇਰੇ ਅੱਗੇ ਕਿਸ ਖੇਤ ਦੀ ਮੂਲੀ ਹੈ, ਇਹਨੂੰ ਤਾਂ ਮੈਂ ਆਪਣੀ ਮੁੱਠੀ ਦੇ ਵਿੱਚ ਬੰਦ ਕਰ ਲਵਾਂਗਾ। ਸੋ ਰਾਮੂ ਦੇ ਦੋਸਤ ਨੇ ਕਿਹਾ ਚੱਲ ਹੋ ਗਈ 20 ਰੁਪਏ ਦੀ ਸ਼ਰਤ। ਸ਼ਰਤ ਦਾ ਟਾਈਟਲ ਆ ਗਿਆ ਨਾ, ਹੋ ਗਈ 20 ਰੁਪਏ ਦੀ ਸ਼ਰਤ। ਜਿਹੜਾ ਸ਼ਹਿਦ ਦੀ ਮੱਖੀ ਦੇ ਉੱਪਰ ਵੱਟਾ ਮਾਰ ਕੇ ਉੱਥੇ 20 ਦੀ ਗਿਣਤੀ ਤੱਕ ਖੜਾ ਹੋ ਜਾਏਗਾ ਉਸ ਨੂੰ 20 ਰੁਪਏ ਮਿਲ ਜਾਣਗੇ। ਸੋ ਰਾਮੂ ਨੇ ਆਪਣੇ ਆਪ ਨੂੰ ਬਹਾਦਰ ਦਿਖਾਉਂਦਿਆਂ ਕਿਹਾ ਕਿ ਇਹ ਕੰਮ ਮੈਂ ਕਰ ਸਕਦਾ ਹਾਂ। ਸੋ ਉਹ ਛੱਤੇ ਦੇ ਉੱਪਰ ਵੱਟਾ ਮਾਰ ਕੇ ਉੱਥੇ 20 ਦੀ ਗਿਣਤੀ ਗਿਣਨ ਲੱਗਾ ਤੇ ਬਾਕੀ ਉਹਦੇ ਦੋਸਤ ਉਸ ਤੋਂ ਦੂਰ ਚਲੇ ਗਏ। ਜਦੋਂ ਹੀ ਵੱਟਾ ਉਸਨੇ ਸ਼ਹਿਦ ਦੀ ਮੱਖੀਆਂ ਦੇ ਛੱਤੇ ਉੱਪਰ ਮਾਰਿਆ ਤੇ ਸ਼ਹਿਦ ਦੀ ਮੱਖੀਆਂ ਨੇ ਉੱਡ ਕੇ ਰਾਮੂ ਨੂੰ ਘੇਰ ਲਿਆ। ਸੋ ਰਾਮੂ ਨੂੰ ਘੇਰਾ ਪਾ ਲਿਆ। ਰਾਮੂ ਦੇ ਹੁਣ ਭੱਜਣ ਦੀ ਕੋਈ ਉਮੀਦ ਕਿਤੇ ਦਿਖੀ ਨਹੀਂ। ਸੋ ਮੱਖੀਆਂ ਉਸ ਤੇ ਲੜ ਗਈਆਂ। ਜਦੋਂ ਮੱਖੀਆਂ ਨੇ ਝੁਰਮਟ ਉਸ ਤੇ ਲੜਿਆ ਤਾਂ ਉਸ ਦਾ ਮੂੰਹ ਭੜੋਲੇ ਵਾਂਗ ਸੁੱਜ ਕੇ ਵੱਡਾ ਸਾਰਾ ਹੋ ਗਿਆ। ਸੋ ਡਿੱਗਦਾ ਢਹਿੰਦਾ, ਠੀਕ ਹੈ, ਇੱਕ ਦਰਖਤ ਦੇ ਥੱਲੇ ਆ ਕੇ ਡਿੱਗ ਗਿਆ। ਉਹਦੇ ਦੋਸਤ ਉਹਨੂੰ ਉਸ ਕੋਲੇ ਆਏ। ਜਦੋਂ ਮੱਖੀਆਂ ਚਲੇ ਗਈਆਂ ਉਹਦੇ ਦੋਸਤ ਉਸ ਕੋਲੇ ਆਏ, ਪਰ ਕਿਸੇ ਨੇ ਉਹਦੀ ਹੈਲਪ ਨਾ ਕੀਤੀ।
ਤੇ ਇੰਨੇ ਨੂੰ ਹੀ ਉਸ ਦਾ ਮਿੱਤਰ ਜੋ ਉਹਦਾ ਜਮਾਤੀ ਸੀ, ਜਿਸ ਦਾ ਉਹ ਮਜ਼ਾਕ ਉਡਾਉਂਦਾ ਰਹਿੰਦਾ ਸੀ, ਕਿਸ਼ੋਰ ਆਪਣੀ ਸਾਈਕਲ ਤੇ ਆ ਰਿਹਾ ਸੀ। ਉਸਨੇ ਦੇਖਿਆ ਕਿ ਉਹ ਮੁਸੀਬਤ ਵਿੱਚ ਹੈ ਤਾਂ ਫਟਾਫਟ ਉਹਨੇ ਸਾਈਕਲ ਰੋਕੀ, ਰਾਮੂ ਨੂੰ ਚੱਕਿਆ, ਸਾਈਕਲ ਤੇ ਬਿਠਾਇਆ ਤੇ ਡਿਸਪੈਂਸਰੀ ਵੱਲ ਲੈ ਗਿਆ। ਡਿਸਪੈਂਸਰੀ ਉੱਤੇ ਜਾ ਕੇ ਉਸਨੇ ਡਾਕਟਰ ਨੂੰ ਉਸ ਦੀ ਹਾਲਤ ਬਾਰੇ ਦੱਸਿਆ ਤੇ ਡਾਕਟਰ ਨੇ ਉਸ ਦੇ ਫਟਾਫਟ ਇੱਕ ਇੰਜੈਕਸ਼ਨ ਲਗਾਇਆ, ਠੀਕ ਹੈ, ਜਿਸ ਨਾਲ ਉਸ ਨੂੰ ਰਾਹਤ ਮਿਲੀ। ਸੋ ਇਸ ਘਟਨਾ ਦਾ ਰਾਮੂ ਦੇ ਘਰ ਵਾਲਿਆਂ ਨੂੰ ਪਤਾ ਲੱਗ ਗਿਆ ਸੀ ਤੇ ਉਸ ਦੇ ਪਿਤਾ ਜੀ ਡਿਸਪੈਂਸਰੀ ਤੇ ਆਏ ਤਾਂ ਡਾਕਟਰ ਨੇ ਕਿਹਾ ਕਿ ਅਗਰ ਮੱਖੀਆਂ ਹੋਰ ਲੜ ਜਾਂਦੀਆਂ ਜਾਂ ਇਸ ਨੂੰ ਤੁਰੰਤ ਡਿਸਪੈਂਸਰੀ ਤੇ ਨਾ ਲੈ ਕੇ ਆਉਂਦੇ ਤਾਂ ਇਸ ਦੀ ਜਾਨ ਨੂੰ ਖਤਰਾ ਹੋ ਸਕਦਾ ਸੀ। ਸੋ ਰਾਮੂ ਦਾ ਦਰਦ ਘਟਣ ਤੋਂ ਬਾਅਦ ਕਿਸ਼ੋਰ ਡਿਸਪੈਂਸਰੀ ਤੇ ਉਸ ਦਾ ਪਤਾ ਲੈਣ ਆਇਆ, ਉਸ ਨੂੰ ਮਿਲਣ ਲਈ ਆਇਆ ਤਾਂ ਰਾਮੂ ਨੇ ਉਸ ਦਾ ਹੱਥ ਫੜ ਕੇ ਆਪਣੇ ਸੀਨੇ ਉੱਤੇ ਰੱਖਿਆ ਤੇ ਬੜਾ ਸ਼ਰਮਿੰਦਾ ਹੋਇਆ, ਠੀਕ ਹੈ ਜੀ। ਸੋ ਅਸੀਂ ਕਹਿ ਸਕਦੇ ਹਾਂ ਕਿ ਜੋ ਸ਼ਰਤ ਦਾ ਕੰਮ ਹੈ ਉਹ ਮਾੜਾ ਹੈ। ਦੇਖੋ ਹੁਣ ਰਾਮੂ ਨਾਲ ਕੀ ਨੁਕਸਾਨ ਹੋਇਆ ਸੀ, ਉਸਨੇ ਸ਼ਰਤ ਰੱਖੀ ਤੇ ਰਾਮੂ ਦੇ ਨਾਲ ਇਹ ਨੁਕਸਾਨ ਹੋ ਗਿਆ। ਸੋ ਕਿਸ਼ੋਰ ਦੁਆਰਾ ਸੰਕਟ ਸਮੇਂ ਉਸ ਦੀ ਜਾਨ ਬਚਾਉਣ ਲਈ ਰਾਮੂ ਨੇ ਉਸ ਦਾ ਧੰਨਵਾਦ ਕੀਤਾ। ਕਿਸ਼ੋਰ ਨੇ ਉਸ ਨੂੰ ਕਿਹਾ ਕਿ ਇੱਕ ਸੱਚਾ ਦੋਸਤ ਹੀ ਵਕਤ ਤੇ ਕੰਮ ਆਉਂਦਾ ਹੈ ਤੇ ਇੱਕ ਸੱਚਾ ਦੋਸਤ ਹੀ ਸਹੀ ਫਰਜ਼ ਨਿਭਾਉਂਦਾ ਹੈ। ਸੋ ਤੁਸੀਂ ਦੇਖ ਲਿਆ ਹੋਵੇਗਾ ਕਿ ਇਸ ਕਹਾਣੀ ਦਾ ਨਤੀਜਾ ਕੀ ਨਿਕਲਿਆ ਹੈ। ਸੋ ਹੁਣ ਤੁਸੀਂ ਦੱਸਣਾ ਹੈ ਕਿ ਇਸ ਕਹਾਣੀ ਤੋਂ ਸਾਨੂੰ ਸਿੱਖਿਆ ਕੀ ਮਿਲੀ, ਠੀਕ ਹੈ। ਇਸ ਕਹਾਣੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ, ਤੁਸੀਂ ਆਪਣੇ ਜਵਾਬ ਕਮੈਂਟ ਬਾਕਸ ਦੇ ਵਿੱਚ ਦੇ ਸਕਦੇ ਹੋ। ਤੇ ਸਾਨੂੰ ਸ਼ਰਤ ਲਾਉਣੀ ਚਾਹੀਦੀ ਹੈ ਜਾਂ ਨਹੀਂ ਲਾਉਣੀ ਚਾਹੀਦੀ, ਸ਼ਰਤ ਦਾ ਕੀ ਨੁਕਸਾਨ ਹੋ ਸਕਦਾ ਹੈ, ਠੀਕ ਹੈ। ਤੇ ਰਾਮੂ ਤੇ ਕਿਸ਼ੋਰ ਦੇ ਵਿੱਚੋਂ ਤੁਹਾਨੂੰ ਕਿਹੜਾ ਬੱਚਾ ਬਹੁਤ ਵਧੀਆ ਲੱਗਿਆ ਹੈ, ਠੀਕ ਹੈ, ਤੇ ਉਹਨਾਂ ਦੋਨਾਂ ਦੇ ਵਿੱਚ ਤੁਸੀਂ ਅੰਤਰ ਵੀ ਦੱਸ ਸਕਦੇ ਹੋ। ਸੋ ਥੈਂਕ ਯੂ, ਉਮੀਦ ਕਰਦਾ ਤੁਹਾਨੂੰ ਇਹ ਕਹਾਣੀ ਸਮਝ ਆ ਗਈ ਹੋਵੇਗੀ।